Okay, so today we are going to discuss about writing task 3. तो मैं कुछ अपनियां राइटिंग्स ओपन कीतियां ने ਈਵਨ ਦੋ ਇਹਨਾਂ ਵਿੱਚ ਕੁਝ few mistakes ਹੋ ਸਕਦੀਆਂ ਨੇ of course at CLB 7 और 8 level कुछ ना कुछ अपनियां mistakes writing ਚ still ਹੁੰਦੀਆਂ ਨੇ ਕੋਈ grammar ਦੀ mistake ਹੋ ਸਕਦੀ ਹੈ ਕੋਈ article ਦੀ mistake ਹੋ ਸਕਦੀ ਹੈ but mainly ਮੇਰਾ purpose ਹੈ ਕਿ ਤੁਹਾਨੂੰ concept clear ਹੋਵੇ ਤੁਹਾਨੂੰ ਇਹ ਚੀਜ਼ clearly ਪਤਾ ਲੱਗੇ कि ਆਪਾਂ राइटिंग टास्क 3 एग्जैक्टली अटेम्प्ट किमें करना टू गेट CLB 7 और 8 इजीली। तो एक्चुअली सब दा अपना एक मैथड हो सकता राइटिंग करन दा। तो जो मेरा पर्सनल जो मैं ਤੁਹਾਨੂੰ ਸੁਜੈਸਟ ਕਰ ਸਕਦੀ ਹਾਂ ਜੋ ਮੇਰਾ ਇੱਕ ਮੈਥਡ ਹੈ ਯੂ ਨੀਡ ਟੂ ਰਾਈਟ ਕਲੀਅਰ ਆਈਡੀਆਜ਼ ਜਿੰਨਾ ਜ਼ਿਆਦਾ ਕਲੀਅਰ ਲਿਖੋਗੇ ਤੁਹਾਨੂੰ ਮਾਰਕਸ ਮਿਲਣਗੇ। ਪ੍ਰੋਬਲਮ ਕੀ ਹੈ ਸਟੂਡੈਂਟ ਲਿਖਦੇ ਨੇ ਕਨਫਿਊਜ਼ਿੰਗ ਆਈਡੀਆਜ਼ ਉਹ ਸਾਰਾ ਕੁਝ ਹੀ ਲਿਖਣ ਦੀ ਟਰਾਈ ਕਰਦੇ ਨੇ। ਜਿਹੜਾ ਟਾਸਕ 3 ਹੈ ਉਹ ਚ ਆਪਾਂ ਨੂੰ ਕਲੀਅਰ ਇੱਕ ਡਿਟੇਲ ਮੈਂਸ਼ਨ ਕੀਤੀ ਹੋਈ ਹੈ ਕਿ ਆਪਾਂ ਨੇ ਦੋ ਰਿਟਨ ਡਾਕੂਮੈਂਟਸ ਨੂੰ ਸਮਰਾਈਜ਼ ਕਰਨਾ। ਹੁਣ ਸਮਰਾਈਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਵਿੱਚੋਂ ਲਾਈਨਸ ਪਿਕ ਕਰ ਕਰਕੇ ਦੁਬਾਰਾ ਲਿਖ ਦੋ not at all। ਤੁਸੀਂ ਆਪਣੀ ਵਰਡਿੰਗ ਦੇ ਵਿੱਚ ਅਗਰ written 2 ਪੈਰਾਗ੍ਰਾਫਸ ਦੀਆਂ ਮੇਨ ਗੱਲਾਂ ਨੂੰ ਤੁਸੀਂ ਘੱਟ ਵਰਡਿੰਗ ਦੇ ਵਿੱਚ particularly 40 to 60 words ਦੇ ਵਿੱਚ ਅਗਰ ਤੁਸੀਂ ਉਹਨੂੰ ਡਿਫਾਈਨ ਕਰ ਦਵੋ ਆਪਣੀ ਵਰਡਿੰਗ ਦੇ ਵਿੱਚ that is called a good summary making। so basically problem ਕੀ ਹੈ ਸਟੂਡੈਂਟਸ ਉੱਪਰੋਂ ਦੇਖ ਕੇ ਹੀ sentences ਜਾਂ lines ਲਿਖ ਦਿੰਦੇ ਨੇ ਉਹ ਚੰਗੀ ਤਰ੍ਹਾਂ ਆਪਣੀ ਵਰਡਿੰਗ ਚ ਨਹੀਂ ਲਿਖਦੇ ਇਹ ਪ੍ਰੋਬਲਮ ਹੈ। ਔਨ ਦੀ ਅਦਰ ਹੈਂਡ ਅਗਰ ਤੁਸੀਂ ਆਪਣੀ ਵਰਡਿੰਗ ਚ ਲਿਖੋ ਤਾਂ ਤੁਹਾਨੂੰ ਈਜ਼ੀਲੀ ਜ਼ਿਆਦਾ ਮਾਰਕਸ ਮਿਲਣਗੇ। ਅਗਰ ਮੈਂ ਤੁਹਾਨੂੰ ਦੱਸਣਾ ਹੋਵੇ ਮੇਰਾ ਕੀ ਇੱਕ ਪਰਸਨਲ ਸਟ੍ਰੈਟਜੀ ਰਹੀ ਹੈ ਫॉर TCF ਕੈਨੇਡਾ ਰਾਈਟਿੰਗ ਸਮਰੀ ਰਾਈਟਿੰਗ ਕਿ ਉੱਪਰ ਨਾ ਅਗਰ ਤੁਸੀਂ ਜ਼ਿਆਦਾਤਰ ਦੇਖੋ ਦੋ ਚੀਜ਼ਾਂ ਨੇ ਉੱਪਰ ਨਾ ਜ਼ਿਆਦਾਤਰ ਜਾਂ ਤਾਂ ਤੁਹਾਡੀ ਰਾਈਟਿੰਗਸ ਦੇ ਜਿਹੜੇ ਪੈਰਾਗ੍ਰਾਫਸ ਨੇ ਵਰਬਸ ਦਿੱਤੇ ਹੋਣਗੇ ਅਗਰ ਤਾਂ ਤੁਹਾਡੀ ਉੱਪਰਲੇ 2 ਪੈਰਾਗ੍ਰਾਫਸ ਦੇ ਵਿੱਚ ਡਾਕੂਮੈਂਟਸ ਵਿੱਚ ਵਰਬਸ ਦਿੱਤੇ ਹੋਏ ਨੇ ਤਾਂ ਜਿਹੜੀ ਤੁਸੀਂ ਸਮਰੀ ਬਣਾਉਣੀ ਹੈ ਉਹਦੇ ਵਿੱਚ ਨਾਉਨ ਫਾਰਮਸ ਬਣਾ ਦਿਓ। ਫॉर एग्जांपल ਉੱਪਰ ਵਰਬ ਦਿੱਤਾ ਹੋਇਆ ਆਮੇ ਲਿਓਰੇ ਲਾ ਆਮੇ ਲਿਓਰੇ ਲਾ ਕਨੇਸੈਂਸ ਕਿ ਇਸ ਦੇ ਨਾਲ सेला ameliorer connaissance it improves the knowledge। ਹੁਣ ਅਗਰ ਇਹੀ ਗੱਲ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਲਿਖਣੀ ਹੈ ਈਜ਼ੀਲੀ ਤਾਂ ਅਗਰ what if ਤੁਸੀਂ ameliorer ਦਾ ਤੁਹਾਨੂੰ ਨਾਉਨ ਪਤਾ amelioración de la connaissance ਹੁਣ ਗੱਲ ਤਾਂ ਸੇਮ ਹੀ ਹੈ ameliorer ਇੱਕ verb ਹੈ amelioración ਇੱਕ ਨਾਉਨ ਹੈ। ਅਗਰ ਉੱਪਰ verbs ਦਿੱਤੇ ਹੋਏ ਨੇ ਤਾਂ ਟਰਾਈ ਕਰੋ ਉਹਦਾ ਨਾਉਨ ਫਾਰਮ ਬਣ ਜੇ ਅਗਰ ਨਾਉਨ ਦਿੱਤਾ ਹੋਇਆ ਤਾਂ ਟਰਾਈ ਕਰੋ ਉਹਦੀ verb ਫਾਰਮ ਬਣ ਜੇ। ਇਨ ਦਿਸ ਵੇ ਸਮਰੀ ਬਣਾਉਣੀ ਥੋੜੀ ਜੀ ਆਸਾਨ ਹੋ ਜਾਂਦੀ ਹੈ। ਬਾਕੀ ਮੈਂ ਤੁਹਾਨੂੰ ਸੁਜੈਸਟ ਕਰੂੰ ਇੱਕ ਦੀ ਜਗ੍ਹਾ 2-3 ਸਮਰੀ ਮੇਕਿੰਗ ਦੇ ਸਟਰਕਚਰ ਸਿੱਖ ਲਓ ਕਿ ਜੇ ਇੱਕ ਨਹੀਂ ਵਰਕ ਕਰ ਰਿਹਾ ਦੂਜਾ ਵਰਕ ਕਰੂ ਦੂਜਾ ਨਹੀਂ ਤਾਂ ਤੀਜਾ ਵਰਕ ਕਰੇਗਾ। ਪ੍ਰੋਬਲਮ ਕੀ ਹੈ ਆਪਾਂ ਇੱਕ ਸਟਰਕਚਰ ਸਿੱਖ ਲੈਂਦੇ ਆ ਤੇ ਉਹ ਪ੍ਰੈਕਟੀਕਲੀ ਹਰੇਕ ਦੇ ਉੱਤੇ ਵਰਕ ਨਹੀਂ ਕਰਦਾ। ਸੋ ਸੀ ਨਾਓ ਇਹ ਕੋਈ ਦੋ ਪੈਰਾਗ੍ਰਾਫਸ ਨੇ यूटिलाइजेशन de nouvelle technology new technology ਦੀ uses or utilization। so now ਸਭ ਤੋਂ ਪਹਿਲਾਂ if I have to tell you of course ਆਪਾਂ ਇੱਕ objet ਜਾਂ title ਲਿਖਣਾ ਤੇ title try ਕਰੋ title ਹੈ ਜਿਹੜਾ ਬਹੁਤ ਜ਼ਿਆਦਾ impressive ਹੋਵੇ। ਤਾਂ ਆਪਾਂ ਨੇ ਜਿਵੇਂ title choose ਕੀਤਾ ਉੱਪਰ यूटिलाइजेशन वर्ड ਸੀ ਮੈਂ ਆਪਣੀ wording ਚ ਕੀ ਲਿਖਿਆ usage ਠੀਕ ਹੈ uses मतलब ਕਿ word ਉਹੀ ਇੱਕ ਤਰ੍ਹਾਂ ਕਹਿ ਲਓ synonym use ਕੀਤਾ। डिजिटल न्यूमेरिक मतलब के डिजिटल टूल्स ਹੁਣ डिजिटल टूल्स ਕੀ ਹੋ ਗਏ ऑफ कोर्स न्यू टेक्नोलॉजीज। तो मैं अपनी सेंस अपनी वर्डिंग ਦੇ ਵਿੱਚ ਇੱਕ ਨਵਾਂ ਟਾਈਟਲ ਬਣਾਇਆ ਉਹ ਇਨ ਈਦੇ ਈਡੀਅਲ ਇਜ਼ ਇਟ ਐਨ ਆਈਡੀਅਲ ਆਈਡੀਆ। तो ਮੇਰਾ ਸੁਜੈਸ਼ਨ ਤੁਹਾਨੂੰ ਇਹ ਹੈ ਕਿ ਅਗਰ ਤੁਹਾਨੂੰ ਟਾਈਟਲ ਮੇਕਿੰਗ ਨਹੀਂ ਆਉਂਦੀ ਤਾਂ ਤੁਸੀਂ ਇੱਕ ਇੱਥੇ अपनी तरफ तो whatever ਤੁਸੀਂ ਕੁਝ ਵੀ ਲਿਖਿਆ let's say learning of language let's say learning of yoga let's say utilization of phone anything ਇੰਨਾ ਕੁ ਟਾਈਟਲ ਲਿਖੋ put this symbol ਠੀਕ ਹੈ। after that ਤੁਸੀਂ ਇਹ ਚੀਜ਼ ਲਿਖ ਸਕਦੇ ਹੋ an ideal idea a good idea a bad idea a negative impact a positive impact then put a question mark। तो एक ए वाली एक ट्रिक यूज कर सकते हो। तो हाँ जी तो एक दिन आप ना सैपरेट क्लास कर लवांगे अबाउट
title making for task 2 and 3. Next, so after writing a title, ਹੁਣ ਜਦੋਂ ਆਪਾਂ ਨੇ ਆਪਣਾ ਸਮਰੀ ਮੇਕਿੰਗ ਬਣਾਉਣੀ ਹੈ ਤਾਂ ਇਹਦੇ ਵਿੱਚ ਜੋ ਮੈਂ ਤੁਹਾਨੂੰ ਚੀਜ਼ ਪਹਿਲਾਂ ਹੀ ਦੱਸ ਸਕਦੀ ਆ, ਤੁਹਾਨੂੰ ਤਿੰਨ ਐਲੀਮੈਂਟਸ ਦਾ ਧਿਆਨ ਰੱਖਣਾ ਚਾਹੀਦਾ। ਇੱਕ ਤੋਂ ਇੰਟਰੋ ਲਾਈਨ, ਅਨਦਰ ਚੀਜ਼ ਹੈਗੀ ਆ ਤੁਹਾਡੀ ਸਮਰੀ ਆਫ ਫਰਸਟ ਡਾਕੂਮੈਂਟ, ਅਨਦਰ ਲਾਈਨ ਥਰਡ ਜਿਹੜੀ ਲਾਈਨ ਹੈ ਸਮਰੀ ਆਫ ਸੈਕਿੰਡ ਡਾਕੂਮੈਂਟ। ਅਗਰ ਤੁਸੀਂ ਆਪਣੇ ਜਿਹੜਾ ਵੀ ਆਪਣੀ ਸਮਰੀ ਮੇਕਿੰਗ ਹੈ ਦਿਸ ਪੈਰਾਗ੍ਰਾਫ, ਅਗਰ ਆਪਣੀ ਸਮਰੀ ਮੇਕਿੰਗ ਦੇ ਵਿੱਚ ਇਹ ਤਿੰਨ ਚੀਜ਼ਾਂ ਇਨਕਲੂਡ ਕਰ ਦੋ ਤੁਹਾਨੂੰ ਮਾਰਕਸ ਮਤਲਬ ਕਿ ਜ਼ਿਆਦਾ ਮਿਲਣਗੇ। ਪਹਿਲਾਂ ਇੱਕ ਇੰਟਰੋ ਲਾਈਨ ਤੋਂ ਗੱਲ ਸਟਾਰਟ ਕਰਨੀ ਹੈ। ਇੰਟਰੋ ਲਾਈਨ ਨੂੰ ਤੁਸੀਂ ਪ੍ਰੋਪਰ ਇੱਕ ਜਨਰਲ ਲਾਈਨ ਰੱਖ ਲਓ, ਉਹਦੇ ਵਿੱਚ ਜ਼ਿਆਦਾ ਚੇਂਜਸ ਨਾ ਕਰੋ। ਤਾਂ ਮੈਂ ਦੇਖੋ ਇੱਕ ਇੰਟਰੋ ਲਾਈਨ ਚੂਜ਼ ਕੀਤੀ ਹੈ। L'utilisation de nouvelles technologies dans les centres pédagogiques fait l'objet d'un grand débat de notre vie. Utilization of new technology in the educational centers is it's a subject of great debate in our life. ਹੁਣ ਇਹ ਮੈਂ ਇੱਕ ਜਨਰਲ ਲਾਈਨ ਲਿਖੀ ਆ। ਮੈਂ ਹਰੇਕ ਆਪਣੇ ਰਾਈਟਿੰਗ ਟਾਸਕ 3 TCF ਦੇ ਵਿੱਚ ਸੇਮ ਲਾਈਨ ਹੀ ਲਿਖਦੀ ਹੁੰਦੀ ਸੀ ਕਿ whatever this thing, it's a great debate topic in our society or in our life, in our daily life, ਕਿ ਇਹ ਡਿਬੇਟ ਦਾ ਟੌਪਿਕ ਹੈ। ਇਹ ਇੱਕ ਹੋ ਗਈ ਆਪਣੀ ਇੰਟਰੋ ਲਾਈਨ। ਇੰਟਰੋ ਲਾਈਨ ਤੋਂ ਬਾਅਦ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਸਮਰੀ ਬਣਾਉਣੀ ਹੈ ਪਹਿਲੇ ਡਾਕੂਮੈਂਟ ਦੀ। ਹੁਣ ਪਹਿਲੇ ਡਾਕੂਮੈਂਟ ਦੀ ਦੇਖੋ ਮੈਂ ਸਮਰੀ ਬਣਾਈ ਹੈ like this. Le document 1 souligne les études de cette démarche. The document 1 highlights the advantages of this approach. ਹੁਣ ਫਿਰ ਉਸ ਤੋਂ ਬਾਅਦ ਪੁੱਟ ਕਰੋ ਇਹ ਵਾਲਾ ਸਿੰਬਲ, ਰਾਈਟ, colons this symbol। ਹੁਣ ਕਿਹੜੀ ਐਡਵਾਂਟੇजेस ਨੇ ਉਹ ਐਡਵਾਂਟੇजेस ਨੂੰ ਨਾउन ਫਾਰਮ ਦੇ ਵਿੱਚ ਲਿਖ ਦੋ। ਠੀਕ ਹੈ ਜੀ। ਹੁਣ ਕਿਹੜੀਆਂ ਕਿਹੜੀਆਂ ਐਡਵਾਂਟੇजेस ਨੇ ਦੇਖੋ, l'amélioration de leur connaissance, improvement of their knowledge, l'access à une gamme de ressources, access of a variety of resources, et le développement de niveau de creativity and the development of a level of creativity। ਹੁਣ ਇਹ ਜੀ ਸਮਝੋ ਮੈਂ ਉੱਪਰ ਹਜੇ ਇਹ ਰੀਡ ਨਹੀਂ ਕੀਤੇ, ਬਟ ਤੁਹਾਨੂੰ ਫਿਰ ਵੀ ਮੇਰੇ ਡਾਕੂਮੈਂਟ 1 ਦੀ ਸਮਰੀ ਤੋਂ ਇਹ ਕਲੀਅਰ ਹੋ ਗਿਆ ਕਿ ਇੱਥੇ ਡਾਕੂਮੈਂਟ 1 ਚ ਕੀ ਦਿੱਤਾ ਹੋਇਆ। ਆਫ ਕੋਰਸ ਡਾਕੂਮੈਂਟ 1 ਚ ਦਿੱਤਾ ਹੋਇਆ ਕਿ ਨਿਊ ਟੈਕਨੋਲੋਜੀਜ਼ ਯੂਜ਼ ਕਰਨ ਦੇ ਨਾਲ ਕਨੇਸੈਂਸ ਮਤਲਬ ਨੌਲੇਜ ਇੰਪਰੂਵ ਹੁੰਦੀ ਹੈ, ਜਿਹੜੀ ਲੋਟ ਆਫ ਰਿਸੋਰਸਸ ਨੂੰ ਐਕਸੈਸ ਮਿਲਦੀ ਹੈ ਐਂਡ ਲੈਵਲ ਆਫ ਕ੍ਰੀਏਟੀਵਿਟੀ ਡਿਵੈਲਪ ਹੁੰਦਾ। ਅਗਰ ਹੁਣ ਮੈਂ ਤੁਹਾਨੂੰ ਫਰਸਟ ਡਾਕੂਮੈਂਟ ਰੀਡ ਕਰਵਾਵਾਂ ਯੂ ਵਿਲ ਗੈਟ ਐਨ ਆਈਡੀਆ ਕਿ ਸੇਮ ਹੀ ਚੀਜ਼ ਹੈ ਪਹਿਲੇ ਡਾਕੂਮੈਂਟ ਵਿੱਚ ਗਿਵਨ ਸੀ। ਇਫ ਯੂ ਕੈਨ ਸੀ ਹੇਅਰ ਪਹਿਲਾ ਡਾਕੂਮੈਂਟ ਇਹਦੇ ਵਿੱਚ ਗਿਵਨ ਹੈ ਕਿ ਜਿਹੜੇ ਇਹਦੇ ਨਾਲ ਵੈਰਾਈਟੀ ਆਫ ਰਿਸੋਰਸਸ ਮਿਲਦੇ ਨੇ ਜਾਂ ਉਹਨਾਂ ਨੂੰ ਉਹਨਾਂ ਦੀ ਐਕਸੈਸ ਮਿਲਦੀ ਹੈ ਤੇ ਉਹਨਾਂ ਦੀ ਕ੍ਰੀਏਟੀਵਿਟੀ ਹੈ ਜਿਹੜੀ ਐਨਕਰੇਜ ਹੁੰਦੀ ਹੈ। ਸਿੰਪਲ। तो बेसिकली मैं अपनी वर्डिंग ਦੇ ਵਿੱਚ ਸੇਮ ਹੀ ਚੀਜ਼ ਲਿਖੀ ਆ। ਅਨਦਰ le document 2 dénonce cette idée। document 2 ਹੈ ਜਿਹੜਾ it criticizes this idea। document 2 ਹੈ ਜਿਹੜਾ ਇਹ ਆਈਡੀਆ ਨੂੰ ਕ੍ਰਿਟਿਸਾਈਜ਼ ਕਰਦਾ। ਕਿਹੜਾ ਆਈਡੀਆ? ਆਫ ਕੋਰਸ ਨਿਊ ਯੂਟਿਲਾਈਜੇਸ਼ਨ ਆਫ ਨਿਊ ਟੈਕਨੋਲੋਜੀਜ਼। ਕਿਉਂ ਕਰਦਾ? because of reduction of human exchanges as well as increment of addiction। तो दो चीज़ां दी वजह करके ये डॉक्यूमेंट 2 है जेड़ा इस आइडिया नू क्रिटिसाइज कर रहा। पहला हैगा, पहली वजह है, पहला रीजन है लैक ऑफ ह्यूमन एक्सचेंजेस हुंदे ने, मतलब कि ह्यूमन इंटरेक्शन घट जाती है। दूजा है डिपेंडेंसी जां एडिक्शन वध जाती है। हुण देखो इन फ्यू वर्ड्स सारियां गल्लां हो गईयां ने क्लीयर। हुण मेरे रिटन ए वाली समरी तो ਆਪਾਂ ਨੂੰ ਉੱਪਰ ਡਾਕੂਮੈਂਟ 'ਚ ਕੀ ਹੈ ਉਹ ਵੀ ਕਲੀਅਰ ਹੋ ਰਿਹਾ ਕਿ ਆਪਾਂ ਨੂੰ ਡਾਕੂਮੈਂਟ ਹਜੇ ਪੜ੍ਹਨ ਦੀ ਜ਼ਰੂਰਤ ਵੀ ਨਹੀਂ ਪਈ। ਸੀ ਹੇਅਰ ਹੁਣ ਆਪਾਂ ਅਗਰ ਡਾਕੂਮੈਂਟ 2 ਦੇਖੀਏ ਸੋ ਇਹਦੇ ਵਿੱਚ ਕੀ ਹੈ
ਇਹਦੇ ਵਿੱਚ ਦੇਖੋ ਹਿਊਮਨ ਇੰਟਰੈਕਸ਼ਨ ਵਰਡ ਗਿਵਨ ਹੈ, ਮੈਂ ਉਹਨੂੰ ਆਪਣੀ ਵਰਡਿੰਗ ਚ ਚੇਂਜ ਕੀਤਾ, ਇਸ਼ੋਂਜ ਹਿਊਮਨ ਐਕਸਚੇਂਜਸ, ਇੱਕੋ ਹੀ ਗੱਲ ਹੈ ਬਟ ਮੈਂ ਮੇਰੀ ਵਰਡਿੰਗ ਚ ਲਿਖਿਆ। ਮੈਂ ਤੁਹਾਨੂੰ ਕਿਹਾ ਉੱਪਰ ਰਿਡਵੀਰ ਇੱਕ ਵਰਬ ਦੀ ਤਰ੍ਹਾਂ ਦਿੱਤਾ ਹੋਇਆ, ਇਹਦਾ ਇੱਕ ਨਾउन ਬਣਾ ਦਿਓ, ਨਾउन ਬਣ ਗਿਆ ਰਿਡਕਸੀਓ, ਸਿੰਪਲ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ favoriser une dépendance préoccupante, ਕਿ ਵੀ ਜਿਹੜਾ ਜ਼ਿਆਦਾ ਇੰਟੈਂਸਿਵ ਜਦੋਂ ਆਪਾਂ ਟੈਕਨੋਲੋਜੀ ਨੂੰ ਯੂਜ਼ ਕਰਦੇ ਆ ਉਹਦੇ ਨਾਲ ਕੀ ਹੈ ਇਹ ਮਤਲਬ ਕਿ ਬਹੁਤ ਜ਼ਿਆਦਾ ਡਿਪੈਂਡੈਂਸੀ ਹੈ ਜਿਹੜੀ ਉਹ ਵੱਧ ਜਾਂਦੀ ਹੈ। ਵਧਣ ਦੇ ਲਈ ਇੱਥੇ favoriser verb ਦਿੱਤਾ ਹੋਇਆ, ਮੈਂ ਮੇਰੀ ਵਰਡਿੰਗ ਦੇ ਵਿੱਚ ਉਹਨੂੰ ਐਜ਼ ਅ ਨਾउन ਫਾਰਮ ਮੈਂ ਯੂਜ਼ ਕੀਤਾ augmentation, ਮਤਲਬ ਕਿ ਇਨਕਰੀਮੈਂਟ। ਟੂ ਇਨਕਰੀਜ਼ ਇਜ਼ ਅ ਨਾउन ਤੇ increment is the to increase is the verb and increment is the noun। अगर ऊपर verb है तो ਉਹਦਾ noun ਬਣਾਉਣ ਦੀ try ਕਰੋ, अगर noun है तो उसका verb ਬਣਾਉਣ ਦੀ try ਕਰੋ। apart from this document ਦੀ ਜਦੋਂ ਆਪਾਂ ਨੇ summary ਬਣਾਉਣੀ ਹੈ ਤਾਂ ਉਹਦੀ word limit ਦਾ ਤੁਸੀਂ ਬਹੁਤ ਫੋਕਸ ਕਰਨਾ। ਇਹ ਜਿਵੇਂ ਹੈ ਇਹ 61 ਵਰਡਸ ਦੇ ਵਿੱਚ ਲਿਖੀ ਹੋਈ ਹੈ। ਇੱਕ ਆਈਡੀਅਲ ਜਿਹੜੀ अपनी फर्स्ट पैराग्राफ है समरी मेकिंग, इट शुड बी 40 to 60। अगर 40 तो घट लिखोगे, 40 तो अगर घट लिखोगे या 60 तो ज्यादा लिखोगे तो इट लीव्स अ बैड इंप्रेशन, मार्क्स ते ऑफ कोर्स डिफरेंस आउंदा, फर्क पैंदा। तो अगर मैं इथों कोई वर्ड कट करना होवे तो पर्सनली दस रही हाँ पहला ही तुसी अपनी वर्ड लिमिट दे विच लिखो, क्योंकि बाद विच कट करना और शॉर्ट करना ਜਾਂ ਉਹਨੂੰ ਲੌਂਗ ਕਰਨਾ ਮੁਸ਼ਕਿਲ ਹੋ ਜਾਂਦਾ, ਠੀਕ ਹੈ, ਕਿਉਂਕਿ ਆਪਾਂ ਪਹਿਲੀ ਵਾਰੀ ਹੀ ਸਹੀ ਲਿਖ ਸਕਦੇ ਹਾਂ, ਉਸ ਤੋਂ ਬਾਅਦ ਉਹ ਜੇ ਚੇਂਜਸ ਕਰਨੇ ਔਖੇ ਹੋ ਜਾਂਦੇ ਨੇ। ਐਨੀਵੇਜ਼ ਇੱਥੇ ਅਗਰ ਆਪਾਂ ਐਂਡ ਕੱਟ ਕਰ ਦਈਏ ਤਾਂ 60 ਵਰਡਸ ਬਣ ਜਾਣਗੇ। ਆਲਰਾਈਟ, ਓਕੇ। ਨਾਓ ਹੁਣ ਆਪਣਾ ਹੋ ਗਿਆ ਫਰਸਟ ਪੈਰਾਗ੍ਰਾਫ ਕਲੀਅਰ। ਅਗਰ ਮੈਂ ਦੱਸਣਾ ਹੋਵੇ ਕਿ ਇਹਦਾ ਸਟਰਕਚਰ ਔਰ ਫਾਰਮੈਟ ਕੀ ਹੈ ਜਿਹੜਾ ਤੁਸੀਂ ਐਜ਼ ਇਟ ਇਜ਼ ਯੂਜ਼ ਕਰ ਸਕਦੇ ਹੋ, ਦਿਸ ਇਜ਼ ਦ ਫਾਰਮੈਟ, ਐਜ਼ ਇਟ ਇਜ਼ ਇਹ ਯੂਜ਼ ਹੋ ਸਕਦਾ, this one as it is and this one as it is। ਹੁਣ ਇਹ ਕਰਨਾ ਕਿਵੇਂ ਹੈ, ਸਿੰਪਲ, ਜਿੰਨੇ ਵੀ ਤੁਹਾਡੇ ਨੈਗੇਟਿਵ ਪੋਜ਼ਿਟਿਵ ਵਾਲੇ ਟੌਪਿਕਸ ਨੇ ਜਿਸ ਦੇ ਵਿੱਚ ਇੱਕ ਪੋਜ਼ਿਟਿਵ ਪੈਰਾਗ੍ਰਾਫ ਵਿਦ ਐਡਵਾਂਟੇजेस ਗਿਵਨ ਹੈ ਐਂਡ ਅਨਦਰ ਪੈਰਾਗ੍ਰਾਫ ਵਿਦ ਡਿਸਐਡਵਾਂਟੇजेस, ਉਹਦੇ ਵਿੱਚ ਤੁਸੀਂ ਇਹ ਚੀਜ਼ ਤੋਂ ਸਟਾਰਟ ਕਰੋ ਕਿ ਡਾਕੂਮੈਂਟ 1 ਹਾਈਲਾਈਟਸ ਦ ਐਡਵਾਂਟੇजेस ਆਫ ਦਿਸ ਅਪਰੋਚ ਤੇ ਉਹ ਐਡਵਾਂਟੇजेस ਦੇ ਨਾਮ ਲਿਖ ਦਿਓ। ਫਿਰ ਦੂਜਾ ਡਾਕੂਮੈਂਟ 2 criticizes this idea because of ਜਿਹੜੀ ਚੀਜ਼ ਕਰਕੇ ਉਹ ਮਤਲਬ ਕਿ ਬੈਡ ਪੁਆਇੰਟ ਕਰਕੇ ਇਹਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ, ਉਹ ਬੈਡ ਪੁਆਇੰਟਸ ਦੇ ਨੇਮ ਲਿਖ ਦਿਓ। ਇਹ ਹੈਗਾ ਆਪਣਾ ਸਮਰੀ ਮੇਕਿੰਗ। ਪਲੀਜ਼ ਲੈਟ ਮੀ ਨੋ ਅਗਰ ਤੁਹਾਨੂੰ ਇੱਥੇ ਤੱਕ ਕੁਝ ਡਾਊਟਸ ਨੇ। All right, now we have our second paragraph। ਹੁਣ ਸੈਕਿੰਡ ਪੈਰਾਗ੍ਰਾਫ ਦੀ ਮੈਂ ਤੁਹਾਨੂੰ ਮੇਨ ਪ੍ਰੋਬਲਮ ਦੱਸਦੀ ਹਾਂ, ਸਟੂਡੈਂਟ ਲਿਖਦੇ ਨੇ ਬਹੁਤ ਸਾਰੇ ਪੁਆਇੰਟਸ ਬਟ ਸੈਕਿੰਡ ਪੈਰਾਗ੍ਰਾਫ ਇਜ਼ ਅਬਾਊਟ ਯਰ ਓਨ ਵਨ ਸਿੰਗਲ ਪੁਆਇੰਟ ਆਫ ਵਿਊ। ਇੱਕ ਪੁਆਇੰਟ ਲਿਖੋ, ਉਹਨੂੰ ਜ਼ਿਆਦਾ ਐਕਸਪਲੇਨ ਕਰੋ, ਉਹਦੀ ਇੱਕ ਐਗਜ਼ਾਮਪਲ ਬਣਾਓ, ਦੈਟਸ ਇਟ, along with one good advice at the end। ਇੰਨਾ ਕੁ ਇਨਫ ਹੈ। ਤੇ ਇਹਦੀ ਵਰਡ ਲਿਮਿਟ 80 to 120, 80 ਤੋਂ 120 ਦੇ ਵਿੱਚ ਅਗਰ ਤੁਸੀਂ ਆਪਣਾ ਸੈਕਿੰਡ ਪੈਰਾਗ੍ਰਾਫ ਲਿਖੋ, ਇਟ ਇਜ਼ ਗੁੱਡ ਇਨਫ। ਸੋ ਦੇਖੋ, personnellement célébrer que l'usage de technologie peut entraîner à la dépendance excessive। ਦੇਖੋ ਨਾ, ਇਹ ਮੇਰਾ ਸਟਾਈਲ ਹੈ ਲਿਖਣ ਦਾ। personally, even if it's true that use of technology can lead to the excessive dependence or excessive addiction but we cannot at all ignore the fact that this idea can transform the school life of kids in a positive manner। तो देखो, मेरा लिखन ਦਾ ਮੈਥਡ ਹਮੇਸ਼ਾ ਇਹ ਹੁੰਦਾ ਕਿ ਆਪਾਂ ਨਾ ਐਕਨੋਲਜਮੈਂਟ ਤੋਂ ਗੱਲ ਸਟਾਰਟ ਕਰੋ ਕਿ ਹਾਂ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਹਾਂ, ਮੈਂ ਇਹ ਗੱਲ ਬੇਸ਼ੱਕ ਮੰਨਦਾ ਜੋ ਵੀ ਉੱਪਰ ਇੱਕ
मतलब पॉइंट दिता होया कि मैं कह रही हूँ कि हाँ बेशक मैं ये गल मनदी हाँ कि बहुत ज्यादा एडिक्शन हो जाती है, बट ਆਪਾਂ ਇਹ ਗੱਲ ਨੂੰ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਕਿ ਟੈਕਨੋਲੋਜੀ ਦੇ ਨਾਲ ਬੱਚਿਆਂ ਦੀ ਸਕੂਲ ਲਾਈਫ ਇੱਕ ਪੋਜ਼ਿਟਿਵ ਮੈਨਰ 'ਚ ਟਰਾਂਸਫਾਰਮ ਵੀ ਕੀਤੀ ਜਾ ਸਕਦੀ ਹੈ। ਤਾਂ ਮੇਰਾ ਰਾਈਟਿੰਗ ਦਾ ਇਹੀ ਸਟਾਈਲ ਰਹਿੰਦਾ ਕਿ ਬੈਡ ਪੁਆਇੰਟ ਨੂੰ ਐਕਨੋਲੇਜ ਕਰੋ, ਉਹਦੇ ਨਾਲ ਐਗਰੀ ਕਰੋ ਜਿਹੜਾ ਉੱਪਰ ਬੈਡ ਪੁਆਇੰਟ ਦਿੱਤਾ ਹੋਇਆ, ਤੇ ਉਹਦੇ ਔਨ ਦ ਕੰਟਰੇਰੀ ਉਹਦਾ ਗੁੱਡ ਪੁਆਇੰਟ ਆਪਣੀ ਵਰਡਿੰਗ 'ਚ ਲਿਖ ਦਿਓ। ਠੀਕ ਹੈ, ਮੈਂ ਕਹਿ ਰਹੀ ਹਾਂ ਕਿ ਹਾਂ ਬੇਸ਼ੱਕ ਆਪਾਂ ਇਹ ਗੱਲ ਮੈਂ ਮੰਨਦੀ ਹਾਂ ਕਿ ਵੀਡੀਓ ਗੇਮਸ ਨਾਲ ਬੱਚੇ ਦੀ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ, ਬਟ ਆਪਾਂ ਇਹ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ, ਆਪਾਂ ਇਹ ਫੈਕਟ ਨੂੰ ਇਗਨੋਰ ਨਹੀਂ ਕਰ ਸਕਦੇ ਕਿ ਵੀਡੀਓ ਗੇਮਸ ਨਾਲ ਬੱਚਿਆਂ ਦਾ ਬਹੁਤ ਜ਼ਿਆਦਾ ਐਂਟਰਟੇਨਮੈਂਟ ਹੁੰਦੀ ਹੈ। ਤਾਂ ਮਤਲਬ ਕਿ ਮੇਰਾ ਪੁਆਇੰਟ ਐਂਟਰਟੇਨਮੈਂਟ ਵਾਲਾ, ਤੇ ਮੈਂ ਐਕਨੋਲੇਜ ਕਿਹੜਾ ਪੁਆਇੰਟ ਕਰ ਰਹੀ ਹਾਂ, ਐਨੀ ਬੈਡ ਪੁਆਇੰਟ, ਸਿੰਪਲ। ਸੋ ਇਹ ਮੇਰਾ ਸਟਾਈਲ ਹੈ, ਤੁਸੀਂ ਇਸ ਵਿੱਚ ਗੱਲ ਸਟਾਰਟ ਕਰ ਸਕਦੇ ਹੋ। ਸੋ ਮੈਂ ਕਿਹਾ ਕਿ ਬੱਚਿਆਂ ਦੀ ਸਕੂਲ ਲਾਈਫ ਪੋਜ਼ਿਟਿਵ ਵੇ ਚ ਟਰਾਂਸਫਾਰਮ ਹੁੰਦੀ ਹੈ। ਹੁਣ ਮੈਂ ਇਹ ਗੱਲ ਨੂੰ ਐਕਸਪਲੇਨ ਕਰਨਾ ਕਿਵੇਂ ਹੁੰਦੀ ਹੈ। ਅਗਰ ਮੈਂ ਇਹ ਗੁੱਡ ਵੇ ਚ ਐਕਸਪਲੇਨ ਕਰ ਦਵਾਂ ਕਿ ਕਿਵੇਂ ਟਰਾਂਸਫਾਰਮ ਹੁੰਦੀ ਹੈ ਇਨ ਅ ਪੋਜ਼ਿਟਿਵ ਵੇ, ਦੈਟਸ ਇਟ, ਬਸ ਇਹ ਚੀਜ਼ ਦੇ ਮਾਰਕਸ ਨੇ। ਸੇਟਾਦੀ ਇਟ ਮੀਨਸ when the students use the internet for their studies, they have the better opportunity of learning the school subjects, the topics in some minutes, which is not possible with the other traditional teaching methods. That's why देखो ए वाली है good एक दिस इज अ गुड एक्सप्लेनेशन। मेरा पॉइंट ਇਹ ਸੀ ਕਿ ਬੱਚਿਆਂ ਦੀ ਸਕੂਲ ਲਾਈਫ ਹੈ ਜਿਹੜੀ ਪੋਜ਼ਿਟਿਵ ਵੇ ਦੇ ਵਿੱਚ ਟਰਾਂਸਫਾਰਮ ਹੁੰਦੀ ਹੈ। ਕਿਵੇਂ ਹੁੰਦੀ ਹੈ? ਜਦੋਂ ਬੱਚੇ ਜਾਂ ਸਟੂਡੈਂਟਸ ਨੇ ਜਿਹੜੇ ਇੰਟਰਨੈਟ ਆਪਣੀ ਸਟੱਡੀ ਦੇ ਲਈ ਯੂਜ਼ ਕਰਦੇ ਨੇ, ਉਹ ਕੁਝ ਮਿੰਟਸ ਦੇ ਵਿੱਚ ਟੌਪਿਕ ਸਿੱਖ ਲੈਂਦੇ ਨੇ, ਜਿਨ੍ਹਾਂ ਨੂੰ ਜਿਹੜਾ ਕਿ ਪੋਸੀਬਲ ਹੀ ਨਹੀਂ ਕੁਝ ਮਿੰਟਸ ਵਿੱਚ ਸਿੱਖਣਾ ਵਿਦ ਦ ਹੈਲਪ ਆਫ ਟ੍ਰੈਡੀਸ਼ਨਲ ਟੀਚਿੰਗ ਮੈਥਡਸ। ਤਾਂ ਮੇਰਾ ਇੱਕ ਪੁਆਇੰਟ ਸੀ, ਉਹਦੀ ਇੱਕ ਮੈਂ ਐਕਸਪਲੇਨੇਸ਼ਨ ਦੇ ਦਿੱਤੀ। ਹੁਣ ਮੇਰੀ ਇੱਕ एग्जाम्पल है, मैं पर्सनली सजेस्ट करूंगी कि कोई पर्सनल एग्जाम्पल लिखो, बट आई डोंट नो क्यों मैं इतनी प्रोफेशनल कोई एग्जाम्पल लिखी है, मतलब पर्सनल ज्यादा इंप्रेसिव लगती है। लिखन कोई भी लिख सकते हो, कोई इशू नहीं। फॉर एग्जाम्पल इन जापान अराउंड 80% ऑफ स्टूडेंट्स यूज इंटरनेट फॉर देयर स्टडीज, which makes them more intelligent than others. Such a good simple example. ਹੁਣ एग्जाम्पल तो बाद give a good one single or line or two lines advice or conclusion. So मैं conclusion ਤੁਹਾਨੂੰ suggest ਕਰੂੰਗੀ by using subjunctive conclusion लगाओ। ठीक है, subjunctive ਦੇ ਨਾਲ ਅਗਰ conclusion ਲਿਖੋਗੇ मतलब कि वो impressive है, simple. It is a must that students should use the internet with moderation in order to profit the advantages, ਕਿ ਉਹਨਾਂ ਨੂੰ ਥੋੜਾ ਜਿਹਾ ਮੋਡਰੇਟ ਵੇ ਦੇ ਵਿੱਚ ਇੰਟਰਨੈਟ ਯੂਜ਼ ਕਰਨਾ ਚਾਹੀਦਾ ਤਾਂ ਜੋ ਉਹ ਹੋਰ ਜ਼ਿਆਦਾ ਐਡਵਾਂਟੇजेस ਤੋਂ ਫਾਇਦਾ ਲੈ ਸਕਣ। ਤਾਂ ਕੋਈ ਵੀ ਇੱਕ ਦੋ ਲਾਈਨਸ ਦਾ ਕਨਕਲੂਜਨ ਲਿਖ ਦਿਓ, ਇਨਫ। ਹੁਣ ਅਗਰ ਮੈਂ ਦੱਸਣਾ ਹੋਵੇ ਇਹਦੇ ਵਿੱਚ ਕੀ ਇੱਕ ਸਟਰਕਚਰ ਯੂਜ਼ ਕੀਤਾ ਹੋਇਆ, ਆਲ ਆਫ ਯੂ ਇਹ ਚੀਜ਼ ਨਾ ਇੱਕ ਸਟਰਕਚਰ ਹੈ। पर्सनली इवन इट इज ट्रू, जो भी चीज एक्नॉलेज कर रही हूँ कि हाँ मैं ये गल ये पॉइंट मैं मानदा, बट ਆਪਾਂ ਇਹ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ। ਜੋ ਵੀ ਤੁਸੀਂ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ, ਬੇਸਿਕਲੀ ਯੂਰ ਓਨ ਪੁਆਇੰਟ ਹੇਅਰ। ਫਿਰ ਉਸ ਤੋਂ ਬਾਅਦ ਇਹ ਵੀ ਇੱਕ ਸਟਰਕਚਰ ਹੈ, ਇਟ ਮੀਨਸ ਤੋਂ ਬਾਅਦ ਆਪਣੀ ਸਾਰੀ ਗੱਲ ਆਪਣਾ ਪੁਆਇੰਟ ਐਕਸਪਲੇਨ ਕਰ ਦੋ। ਪੁਆਇੰਟ ਨੂੰ ਐਕਸਪਲੇਨ ਕਰਨ ਤੋਂ ਬਾਅਦ ਦਿਸ ਇਜ਼ ਆਲਸੋ ਅ ਸਟਰਕਚਰ ਕਿ ਫॉर एग्जांपल लगा के कोई भी तुसी प्रोफेशनल अगर एग्जाम्पल स्टार्ट करनी है, ऑनेस्टली अगर मैं मेरे बारे दसा तो मैं हमेशा किसी कंट्री का नेम चूज करके ओदी कोई परसेंटेज चूज कर लैंदी हां कि फॉर एग्जाम्पल इन यूएसए अराउंड 60% ऑफ पीपल स्टूडेंट्स एनीथिंग डू दिस थिंग वटएवर। सो यू नो वॉट, अगे भी अगर मैं तुहानू एक्सप्लेन करना होवे कि मैं एग्जाम्पल दे विच ना कंपैरिजन करदी हां कि दे हैव बेटर थिंग दैन दैट थिंग, इस तरह दी। फॉर एग्जाम्पल इन यूएसए अराउंड 60% of the kids play video games which make them lazier which make them lazy as compared to other as compared to students of other countries। मतलब कोई comparison बना दो in your example। last ਦੇ ਵਿੱਚ ਫਿਰ ਦਵੋ ਤੁਸੀਂ conclusion
by using ILFO whatever. So this is one of the structures. तो मैं try करूंगी कि ਆਪਾਂ ना this week ਆਪਾਂ ਚਾਹੇ class ਦੇ end ਵਿੱਚ ਇਸ type ਦੀ ਮੇਰੀ ਕੋਈ ਪੁਰਾਣੀ writing ਆਪਾਂ ਨਾ study ਕਰ ਲਿਆ ਕਰੀਏ and each writing ਜੋ ਵੀ ਮੈਂ study ਕਰਵਾਉਂਗੀ ਉਹਦਾ different ਇੱਕ structure ਹੋਏਗਾ so that ਤੁਹਾਨੂੰ different task 3 ਦੇ structures ਪਤਾ ਲੱਗ ਜਾਣ ਤੇ ਉਹਦੇ ਨਾਲ ਤੁਹਾਡੀ ਬਹੁਤ help ਹੋਏਗੀ so let me know ਅਗਰ ਤੁਹਾਨੂੰ doubts ਨੇ No, ma'am. Okay. शरण और बरखा इवन मुस्कान No, ma'am, it's ठीक है clear. मैम ओके फाइन तो हाँ जी ਤੁਸੀਂ ਹੁਣ ਜੋ ਵੀ ਨੈਕਸਟ ਰਾਈਟਿੰਗ ਕਰਨੀ ਹੈ ਇੱਕ ਵਾਰ ਨਾ ਟਾਸਕ 3 ਕਰਕੇ ਦੇਖਿਓ ਔਨ ਮਾਈ ਰეკਮੈਂਡੇਸ਼ਨ ਚੈਕ ਤੁਸੀਂ ਇਫ ਯੂ ਵਾਂਟ ਯੂ ਕੈਨ ਇਵਨ ਟੇਕ ਅ ਸਕਰੀਨਸ਼ਾਟ ਸੇਮ ਹੀ ਤੁਸੀਂ ਕੋਈ ਰਾਈਟਿੰਗ ਚ ਪੋਜ਼ਿਟਿਵ 네ਗੇਟਿਵ ਪੁਆਇੰਟ ਵਾਲਾ ਕੋਈ ਵੀ ਟੌਪਿਕ ਵਾਲੀ ਟਾਸਕ 3 ਰਾਈਟਿੰਗ ਚ ਨਾ ਸੇਮ by using the same kind of sample ਇਹ ਵਾਲਾ sample ਦੀ ਤਰ੍ਹਾਂ ਹੀ ਲਿਖਣ ਦੀ ਟਰਾਈ ਕਰਿਓ ਤੁਹਾਨੂੰ ਥੋੜਾ ਈਜ਼ੀ ਲੱਗੇਗਾ मैम ये वीडियो भेज दियो ना तुसी ਜਿਹੜੀ ਰਿਕਾਰਡ ਕੀਤੀ ਹੈ ਹਾਂਜੀ ਹਾਂਜੀ ਸ਼ੋਰ ਮੈਂ ਕੀਤੀ ਹੈ ਰਿਕਾਰਡ ਮੈਂ ਤੁਹਾਨੂੰ ਸ਼ੇਅਰ ਕਰੂੰ ਤੋ ਬਾਕੀ ਆਪਾਂ ਨਾ ਨੈਕਸਟ ਕਲਾਸ ਵਿੱਚ ਕਰਦੇ ਹਾਂ ਕੱਲ ਐਂਡ ਕੱਲ ਆਪਾਂ ਸਪੀਕਿੰਗ ਤੋਂ ਕਰਾਂਗੇ ਸਟਾਰਟ ਮੋਨੋਲੋਗਸ ਤੋਂ ਇਹ ਵਾਲੀ ਰਾਈਟਿੰਗ ਅਗਰ ਕੱਲ ਆਪਣੇ ਕੋਲ ਟਾਈਮ ਹੋਇਆ ਐਟ ਦੀ ਐਂਡ ਆਫ ਦ ਕਲਾਸ ਆਪਾਂ ਵਿਦਿਨ 10 to 15 ਮਿੰਟਸ ਇੱਕ ਨਿਊ ਸੈਂਪਲ ਕਰਾਂਗੇ मैम टास्क 3